ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਰਜੀਵ ਭਾਸਕਰ। ਭਾਸਕਰ ਸਾਹਿਬ ਵੈਲਕਮ। ਬਹੁਤ ਬਹੁਤ ਸ਼ੁਕਰੀਆ ਰੰਧਾਵਾ ਜੀ। ਭਾਸਕਰ ਸਾਹਿਬ, ਲੋ ਚੋਣਾਂ ਤਾਂ ਹੋ ਗਈਆਂ ਜੇ ਅਗਾਂਹ, ਭਾਵੇਂ ਕੁਝ ਦਿਨ ਹੀ ਹੋਈਆਂ, ਲੇਕਿਨ ਇੱਕ ਇਹਦੇ ਬੜੇ ਵੱਡੇ ਅਰਥ ਨਿਕਲੇ ਜੇ ਉਹ ਨੇ ਕਿ ਕਿੰਨਾ ਧਿਰਾਂ ਦਾ ਪ੍ਰੈਸ਼ਰ ਹੁੰਦਾ ਹੈ। ਕਿਸਾਨੀ ਅੰਦੋਲਨ ਨੇ ਪੋਲੀਟੀਕਲ ਪਾਰਟੀਆਂ ਦੇ ਉੱਤੇ ਪ੍ਰੈਸ਼ਰ ਕਿਵੇਂ ਦਾ ਹੁੰਦਾ ਇਹਨੂੰ ਪਰਿਭਾਸ਼ਿਤ ਕਰਤਾ ਸੀ। ਲੇਕਿਨ ਅੱਜ ਫਿਰ ਇੱਕ ਵਾਰੀ ਸੜਕਾਂ ਜਾਮ ਹੋਈਆਂ ਤੇ ਕਈ ਪਹਿਲੂ ਸਾਹਮਣੇ ਆਏ। ਪ੍ਰੈਸ਼ਰ ਇਹਨੂੰ ਕਹਿੰਦੇ ਆ ਕਿ ਜਦੋਂ ਗੱਲ ਮਨਾਈ ਜਾਂਦੀ ਆ, ਲੋਕਤੰਤਰ ਦਾ ਵੀ ਇੱਕ ਤਰੀਕਾ ਹੁੰਦਾ। ਦੂਜਾ ਸਵਾਲ, ਕਹਿੰਦੇ ਹਵਾ ਦਾ ਰੁਖ ਕੀ ਹੁੰਦਾ ਹੈ? ਹਵਾ ਦਾ ਰੁਖ ਵੇਖ ਕੇ ਚੱਲਣ ਨੂੰ ਕੀ ਕਹਿੰਦੇ ਆ? ਇਹਨੂੰ ਆਪਾਂ ਬਠਿੰਡੇ ਵਾਲੇ ਉਮੀਦਵਾਰ, ਫਿਰੋਜ਼ਪੁਰ ਵਾਲੇ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਦੇ ਸੀ, ਉਹਨਾਂ ਨਾਲ ਜੋੜ ਕੇ ਵੇਖੀਏ ਤਾਂ ਕਿੱਦਾਂ ਰਹੂਗਾ। ਆਸ਼ੂ ਬੰਗੜ ਆਮ ਆਦਮੀ ਪਾਰਟੀ ਜਿਹਨੂੰ ਸਰਵਿਆਂ ਦੇ ਵਿੱਚ ਸਾਰੇ ਜਿਤਾਉਂਦੇ, ਤੇ ਉਹਦੀ ਟਿਕਟ ਮਿਲੀ ਮਲਾਈ ਛੱਡ ਕੇ ਕਾਂਗਰਸ ਦੇ ਕੰਧਾੜੇ ਜਾ ਜਿਹੜੇ, ਇਹਨੂੰ ਕਿਹੜੇ ਅਰਥਾਂ ਦੇ ਵਿੱਚ ਲਵਾਂਗੇ? ਇਹਦੇ ਅਰਥ ਕੀ ਨੇ? ਤੀਜੀ ਗੱਲ, ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ 'ਚ ਪ੍ਰੈਸ ਕਾਨਫਰੰਸ ਕਰਦੇ ਸੀ। ਕੱਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਕੋਲ ਚਲੇ ਗਏ ਸੀ। ਅੱਜ ਤਿੰਨ ਸਾਬਕਾ ਵਜ਼ੀਰ, ਨਹੀਂ ਹੁਣੀ ਵਜ਼ੀਰ ਹੈ ਕਿ ਸਾਬਕਾ ਕਿੱਦਾਂ ਹੋਏ ਅਜੇ, ਰੰਧਾਵਾ, ਤ੍ਰਿਪਤ ਔਰ ਸੁਖ ਸਰਕਾਰੀਆ, ਤਿੰਨਾਂ ਨੇ ਭਗਵੰਤ ਪਾਲ ਸੱਚਰ ਨੂੰ ਵਾਪਸ ਮੋੜ ਲਿਆਂਦਾ। ਆਖਰ ਸਿੱਧੂ ਲਾਗੇ ਕਿਉਂ ਨਹੀਂ ਆਏ? ਇਹ ਕਿਹੋ ਜਿਹੀ ਪ੍ਰਧਾਨਗੀ? ਲੱਗਦਾ ਅਜੇ ਤਰੇੜਾਂ ਮਿਟੀਆਂ ਨਹੀਂ। ਤੇ ਜੇਕਰ ਤੁਸੀਂ ਸਵੇਰੇ ਕੀਤੀ ਹੋਈ ਗੱਲ ਦੇ ਉੱਤੇ ਜਾਓਗੇ, ਜਿਹਦੇ ਚ ਅਸੀਂ ਰਾਜੇਵਾਲ ਸਾਹਿਬ ਨੂੰ ਕਿਹਾ ਸੀ ਕਿ ਸੰਭਲੋ, ਠਹਿਰੋ, ਲੱਤ ਗੱਡੋ ਜ਼ਰਾ, ਉਹਨਾਂ ਨੇ 30 ਟਿਕਟਾਂ ਅਨਾਉਂਸ ਕਰਤੀਆਂ। 30 ਟਿਕਟਾਂ ਸੰਯੁਕਤ ਸਮਾਜ ਮੋਰਚੇ ਨੇ ਅਨਾਉਂਸ ਕਰਤੀਆਂ ਨੇ, ਔਰ ਇਹ ਦੇਖਣਾ ਹੋਊਗਾ ਇਹਦੇ ਵਿੱਚ ਕਿ ਕੌਣ ਕੌਣ ਕਿਵੇਂ ਦੇ ਲੋਕ ਆ। ਸੁਣਿਆ ਚੜੂਨੀ ਨਾਲ ਵੀ ਗੱਲ ਮੁੱਕ ਮਕਾਉਂਦੀ ਫਿਰਦੀ ਹੈ। ਅਹਿਮ ਸਵਾਲ ਨੇ ਕਿ ਪੰਜਾਬ ਦੇ ਵਿੱਚ ਕੌਣ ਕੌਣ ਕਿਹੜੀ ਧਿਰ ਨਾਲ ਜਾ ਰਲਿਆ। ਸਰਵਣ ਸਿੰਘ ਫਲੌਰ ਕਾਂਗਰਸ ਨੂੰ ਛੱਡ ਗਏ। ਕੁਝ ਹੋਰ ਇੱਕ ਲੋਕ ਜਿਨ੍ਹਾਂ ਦਾ ਜ਼ਿਕਰ ਅੱਜ ਕੱਲ ਆ ਰਿਹਾ, ਉਹ ਵੀ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ। ਇਹ ਬਹੁਤ ਦਿਲਚਸਪ ਚੀਜ਼ਾਂ ਨੇ, ਇੱਕ ਇੱਕ ਕਰਕੇ ਗੱਲ ਕਰਾਂਗੇ। ਭਾਸਕਰ ਸਾਹਿਬ ਕੋ ਹੋਰ ਅੰਕੜੇ ਨੇ। ਭਾਸਕਰ ਸਾਹਿਬ, ਸਭ ਤੋਂ ਪਹਿਲਾਂ ਦਬਾਬੇ ਦੇ ਵਿੱਚ ਸੜਕਾਂ ਸੁੰਨੀਆਂ ਹੋ ਗਈਆਂ ਤੇ ਕਈ ਥਾਈਂ ਸੜਕਾਂ ਇੰਨੀਆਂ ਭਰੀਆਂ ਹੋਈਆਂ ਸੀਗੀਆਂ, ਕਿਲੋਮੀਟਰਾਂ ਤੱਕ ਜਿਹੜੇ ਜਾਮ ਸੀ। ਸੋ ਮੈਨੂੰ ਸਮਝਾਇਓ, ਲੋਕਾਂ ਦਾ ਇਹ ਵੀ ਇੱਕ ਰੋਹ ਹੁੰਦਾ, ਇਹ ਵੀ ਗੱਲ ਮਨਾਉਣ ਦਾ ਤਰੀਕਾ ਹੁੰਦਾ ਹੈ, ਤੇ ਇਹ ਵੀ ਤਰੀਕਾ ਕਈ ਵਾਰੀ ਕਾਰਗਰ ਹੁੰਦਾ ਹੈ। ਚੋਣ ਕਮਿਸ਼ਨ ਨੇ ਇਲੈਕਸ਼ਨ ਕੁਝ ਦਿਨ ਲਈ ਅੱਗੇ ਟਾਲਤੀ, ਕੀ ਕਹਿੰਦੇ ਹੋ? ਇਸ ਗੱਲ ਦੀ ਕੰਸੋ ਪਹਿਲੇ ਵੀ ਸੀਗੀ ਕਿ ਇਹ ਇਲੈਕਸ਼ਨ ਡਿਲੇ ਹੋਏਗਾ, ਕਾਰਨ ਕਿ ਜਦ ਇਹ ਡੇਟ ਅਨਾਉਂਸ ਹੋਈ ਸੀ 14 ਫਰਵਰੀ, ਉਸ ਤੋਂ ਬਾਅਦ ਹੀ ਖਾਸ ਕਰਕੇ ਰਵਿਦਾਸੀਆ ਕਮਿਊਨਿਟੀ ਉਹਦੇ ਵਿੱਚ ਇੱਕ ਰੋਸ਼ ਪ੍ਰਗਟ ਹੋਇਆ ਸੀਗਾ। 16 ਤਰੀਕ ਨੂੰ ਰਵਿਦਾਸੀਆ ਜਯੰਤੀ ਹੈ, ਔਰ ਇਹ ਗੱਲ ਜਿੰਨੇ ਵੀ ਦੁਆਬੇ ਦੇ ਵਿੱਚ ਰਹਿੰਦੇ ਨੇ ਲੋਕੀ, ਉਹ ਜਾਣਦੇ ਨੇ ਕਿ ਵੀ ਲੱਖਾਂ ਦੀ ਤਾਦਾਦ ਦੇ ਵਿੱਚ ਸੰਗਤ ਉਹ ਵਾਰਾਣਸੀ ਮੱਥਾ ਟੇਕਣ ਵਾਸਤੇ ਜਾਂਦੀ ਹੈ। ਤੇ ਉਹਨਾਂ ਦਿਨਾਂ ਦੇ ਵਿੱਚ ਅਗਰ ਚੋਣਾਂ ਹੁੰਦੀ ਹੈ ਤੇ ਖਾਸ ਕਰਕੇ ਇੱਕ ਖਾਸ ਵਰਗ ਉਹ ਚੋਣਾਂ ਦੇ ਵਿੱਚ ਆਪਣੀ ਵੋਟਾਂ ਨਹੀਂ ਪਾ ਪਾਏਗਾ। ਇਹ ਗੱਲ ਨਿਕਲ ਕੇ ਆ ਰਹੀ ਸੀ, ਮੰਗ ਕੀਤੀ ਗਈ। ਮੰਗ ਦੀ ਸ਼ੁਰੂਆਤ ਬੀਐਸਪੀ ਨੇ, ਫਿਰ ਮੁੱਖ ਮੰਤਰੀ ਨੇ ਵੀ ਇੱਕ ਚਿੱਠੀ ਲਿਖੀ। ਉਸ ਤੋਂ ਬਾਅਦ ਭਾਜਪਾ ਕੀ, ਅਕਾਲੀ ਦਲ ਕੀ, ਜਾਂ ਸਾਰੀ ਵੱਖ-ਵੱਖ ਪਾਰਟੀਆਂ ਨੇ ਇਸ ਗੱਲ ਦੀ ਮੰਗ ਕੀਤੀ ਸੀ, ਔਰ ਉਸ ਤੋਂ ਬਾਅਦ ਧੰਨਵਾਦ ਵੀ ਕੀਤਾ ਜਦ ਅੱਜ ਇਲੈਕਸ਼ਨ ਕਮਿਸ਼ਨ ਨੇ ਆਪਣੀ ਬੈਠਕ ਦੇ ਵਿੱਚ ਇਹ ਫੈਸਲਾ ਲਿਆ ਕਿ 20 ਤਰੀਕ ਨੂੰ ਹੁਣ ਪੋਲਿੰਗ ਪੰਜਾਬ ਦੇ ਵਿੱਚ ਹੋਏਗੀ। ਰਿਜ਼ਲਟ ਸੇਮ ਡੇਟ ਤੇ ਆਏਗਾ, ਯਾਨੀ 10 ਮਾਰਚ ਨੂੰ। ਉਸ ਤੋਂ ਪਹਿਲੇ ਜਿਹੜੀ 21 ਜਨਵਰੀ ਨੂੰ ਨੋਮੀਨੇਸ਼ਨ ਦਾ ਪ੍ਰੋਸੈਸ ਸ਼ੁਰੂ ਹੋਣਾ ਸੀਗਾ, ਹੁਣ ਉਹ 25 ਜਨਵਰੀ ਨੂੰ ਹੋਏਗਾ, ਤੇ ਉਸ ਪ੍ਰੋਸੈਸ ਨੂੰ ਵੀ ਤਕਰੀਬਨ 6 ਦਿਨ ਵਾਸਤੇ ਅੱਗੇ ਕਰ ਦਿੱਤਾ ਗਿਆ ਹੈ। ਹੁਣ ਗੱਲ ਇਹ ਨਿਕਲ ਕੇ ਆਉਂਦੀ ਹੈ ਕਿ ਇਸ ਅਨਾਉਂਸਮੈਂਟ ਤੋਂ ਬਾਅਦ ਵੱਖ-ਵੱਖ ਪਾਰਟੀਆਂ ਕਿਉਂ ਖੁਸ਼ ਹੋ ਰਹੀਆਂ। ਦੇਖੋ, ਜਿੰਨੀ ਵੀ ਪੋਲੀਟੀਕਲ ਪਾਰਟੀਆਂ ਹੈ, ਭਾਵੇਂ ਕੈਂਡੀਡੇਟ ਦੀ ਲਿਸਟ ਕਈ ਪੋਲੀਟੀਕਲ ਪਾਰਟੀਆਂ ਨੇ ਤੇ ਕਾਫੀ ਕੈਂਡੀਡੇਟਸ ਅਨਾਉਂਸ ਕਰਤੇ, ਪਰ ਉਹਨਾਂ ਕੈਂਡੀਡੇਟਸ ਨੂੰ ਹਜੇ ਤੱਕ ਇਹ ਨਹੀਂ ਸਮਝ ਆ ਰਿਹਾ ਵੀ ਸ਼ੁਰੂ ਕਿੱਥੋਂ ਕਰੀਏ। ਕਾਰਨ ਕਿ ਤੁਹਾਨੂੰ ਪਤਾ ਹੈ ਕਿ ਕਰੋਨਾ ਕਰਕੇ ਬਹੁਤ ਸਾਰੀ ਪਾਬੰਦੀਆਂ ਕੈਂਪੇਨ ਦੇ ਉੱਤੇ ਲੱਗੀਆਂ ਹੋਈਆਂ। ਕਿਹਾ ਜਾ ਰਿਹਾ ਕਿ ਵਰਚੁਅਲ ਪ੍ਰੈਸ ਕਾਨਫਰੰਸ ਕਰਕੇ ਜਾਂ ਵਰਚੁਅਲੀ ਤੁਸੀਂ ਰੈਲੀਆਂ ਕਰਕੇ ਆਪਣੇ ਵੋਟਰਾਂ ਦੇ ਨਾਲ ਸੰਪਰਕ ਸਥਾਪਿਤ ਕਰ ਸਕਦੇ ਹੋ। ਪਰ ਪਿੰਡਾਂ ਵਿੱਚ ਅਕਾਲੀ ਦਲ ਆਪਣਾ ਕੈਂਪੇਨ ਬਿਲਕੁਲ ਵੀ ਨਹੀਂ ਛੇੜ ਪਾਇਆ, ਉਹ ਉਹਨਾਂ ਨੇ ਆਪ ਮੰਨਿਆ, ਔਰ ਇਸ ਕਰਕੇ ਉਹਨਾਂ ਨੇ ਰੈਲੀਆਂ ਦੇ ਉੱਤੇ ਲੱਗੀ ਹੋਈ ਰੋਕ ਨੂੰ ਵੀ ਹਟਾਉਣ ਦਾ ਇੱਕ ਅਪੀਲ ਉਹ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸੀਗੀ। ਚਲੋ, ਉਹ ਅਪੀਲ ਤੇ ਹਜੇ ਤੱਕ 300 ਬੰਦਿਆਂ ਦੀ ਇਨਡੋਰ ਗੈਦਰਿੰਗ ਨੂੰ ਉਹ ਇਲੈਕਸ਼ਨ ਕਮਿਸ਼ਨ ਨੇ ਹਜੇ ਤੱਕ ਜ਼ਰੂਰ ਅਲਾਉ ਕੀਤਾ ਹੈ, ਪਰ ਇਲੈਕਸ਼ਨ ਦਾ ਕੈਂਪੇਨ ਕਿਸੇ ਵੀ ਤਰੀਕੇ ਨਾਲ ਹਜੇ ਖੜਾ ਨਹੀਂ ਹੋ ਪਾਇਆ। ਚੰਗੀ ਹੈ ਗੱਲ ਹੈ ਕਿ 20 ਤਰੀਕ ਤੱਕ ਹੁਣ ਪੋਲਿੰਗ ਟਾਲ ਦਿੱਤੀ ਗਈ। 20 ਤਰੀਕ ਨੂੰ ਪੋਲਿੰਗ ਹੋਏਗੀ, ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਉਹ ਪ੍ਰੋਸੈਸ
ਉਹ 6 ਦਿਨ ਵਾਸਤੇ ਸਾਰਾ ਪ੍ਰੋਸੈਸ ਉਹ ਟਲ ਗਿਆ। ਤੇ ਗੱਲ ਨਹੀਂ ਜੇ ਗੱਲ ਨਹੀਂ ਜੇ ਭਾਸਕਰ ਸਾਹਿਬ ਚੰਗੀ, ਦੇਖੋ ਪਹਿਲਾਂ 14 ਨੂੰ ਕਰਕੇ 10 ਨੂੰ ਰਿਜ਼ਲਟ ਲਗਭਗ 25 26 ਦਿਨ ਸਾਹ ਸੁਕਾ ਛੱਡੋ। ਉਂਝ ਤੇ ਵੈਸੇ ਸਿਆਸਤਦਾਨਾਂ ਨੂੰ ਕਹਿੰਦੇ ਆ ਛੁੱਟੀਆਂ ਮਿਲਦੀਆਂ ਹੀ ਨਹੀਂ, ਇਹਨਾਂ ਨੂੰ ਨਹੀਂ ਛੁੱਟੀਆਂ ਮਿਲਦੀਆਂ, ਉਂਝ ਵੈਸੇ ਇਹ ਬੰਕ ਬੁੰਕ ਮਾਰ ਹੀ ਜਾਂਦੇ ਆ, ਪਰ ਇਹਨਾਂ ਦਿਨਾਂ 'ਚ ਛੁੱਟੀਆਂ ਪੂਰੀਆਂ ਨੇ। ਸਭ ਨੇ ਇਲੈਕਸ਼ਨ ਤੋਂ ਬਾਅਦ ਇੱਧਰ ਉੱਧਰ ਖਿਸਕ ਜਾਣਾ, ਪਰਿਵਾਰਾਂ ਨਾਲ, ਕੱਲਿਆਂ, ਗੁਪਤ, ਤੇ ਇਹ ਸਾਰੀਆਂ ਚੀਜ਼ਾਂ। ਲੇਕਿਨ ਇਹ ਜਿਹੜੇ 20 ਦਿਨ ਆ ਹੁਣ ਭਾਵੇਂ ਚਲੋ ਘਟਾਤੇ 5 ਦਿਨ, ਲੇਕਿਨ ਫਿਰ ਵੀ ਜਾਨ ਟੰਗੀ ਰਹਿਣੀ ਆ। ਨਤੀਜੇ ਨਾਲੋਂ ਨਾਲ ਦੇਣੇ ਚਾਹੀਦੇ। ਉਹ ਪਹਿਲੀਆਂ ਗੱਲਾਂ ਚੰਗੀਆਂ ਹੁੰਦੀਆਂ ਸੀ, ਅੱਜ ਵੋਟਾਂ ਪਈਆਂ ਤੇ 3 ਦਿਨ ਬਾਅਦ ਨਤੀਜੇ। ਚੋਣ ਕਮਿਸ਼ਨ ਨੂੰ ਸੋਚਣਾ ਚਾਹੀਦਾ, ਪੰਜਾਬੀਆਂ ਦੇ ਦਿਲ ਧੱਕ ਧੱਕ ਕਰਦੇ। ਉਂਝ ਵੀ ਘਿਓ ਬੜਾ ਖਾਂਦੇ, ਕਹਿੰਦੇ ਸਿਆਲਾਂ ਦੇ ਵਿੱਚ ਪਿੰਨੀਆਂ ਪੁੰਨੀਆਂ ਖਾ ਕੇ ਵੀ ਵਾਹਵਾ ਚਰਬੀ ਚੜੀ ਹੁੰਦੀ ਆ, ਅਟੈਕ ਟੂਕ ਦੇ ਬੜੇ ਖਤਰੇ ਆ, ਧਿਆਨ ਰੱਖਣੇ ਚਾਹੀਦੇ ਜੀ। ਕਈ ਪਹਿਲੂ ਨੇ। ਚਲੋ ਇਹਨੂੰ ਲਾਈਟ ਗੱਲ ਨੂੰ ਛੱਡ ਕੇ ਸੀਰੀਅਸ ਗੱਲ ਤੇ ਆਈਏ। ਦੇਖੋ ਇਹ ਜਿਹੜਾ ਪਾਰਟੀਆਂ ਦਾ ਅੱਜ ਕੱਲ ਚੱਲਣ ਹੈ, ਇਹਦੇ ਚ ਪਤਾ ਤੇ ਕਿਸੇ ਦਾ ਨਹੀਂ ਲੱਗਦਾ ਕਿ ਕੌਣ ਕਦੋਂ ਕਿਹਦੇ ਨਾਲ ਆ। ਲੇਕਿਨ ਇੱਕ ਪਾਰਟੀ ਜਿਹਨੂੰ ਲਗਭਗ ਕਈ ਸਰਵੇ ਦਿਖਾ ਚੁੱਕੇ ਆ ਕਿ ਰੂਟ ਲੈਵਲ ਤੇ ਉਹਦੇ ਨਾਲ ਵੋਟਰ ਖੜਾ ਹੈ, ਆਮ ਆਦਮੀ ਪਾਰਟੀ ਨੂੰ ਸਭ ਤੋਂ ਉੱਪਰ ਦਿਖਾ ਰਿਹਾ ਸੀ ਸਰਵੇ, ਖਾਸ ਤੌਰ ਤੇ ਸੀ ਵੋਟਰ ਦਾ ਸਰਵੇ। ਹੁਣ ਮੈਂ ਇਹ ਹੈਰਾਨ ਸੀਗਾ ਕਿ ਹਰ ਇੱਕ ਚੰਗਾ ਭਲਾ ਬੰਦਾ, ਉਹਨੂੰ ਟਿਕਟ ਮਿਲੀ ਹੋਈ ਫਿਰੋਜ਼ਪੁਰ ਸਾਈਡ ਤੋਂ, ਔਰ ਟਿਕਟ ਕਿੱਥੇ ਅੱਜ ਕੱਲ ਮਿਲਦੀ ਹੈ? ਟਿਕਟ ਤਾਂ ਬਹੁਤ ਔਖੀ ਹੈ ਜੀ। ਟਿਕਟ ਦੀਆਂ ਸਾਰੀਆਂ ਮਾਰਾਮਾਰੀਆਂ ਨੇ, ਤੇ ਟਿਕਟ ਛੱਡ ਕੇ ਬੰਦਾ ਕਿਉਂ ਚਲੇ ਗਿਆ ਵੀ ਦੂਜੀ ਪਾਰਟੀ 'ਚ? ਇਹਨੂੰ ਮੈਂ ਕਿਵੇਂ ਪਰਿਭਾਸ਼ਿਤ ਕਰਾਂ? ਜਦੋਂ ਪਹਿਲਾਂ ਕਿਸੇ ਨੇ ਰਿਐਕਸ਼ਨ ਲਿਆ ਨਾ ਜੀ, ਕੁਲਤਾਰ ਸਿੰਘ ਸੰਧਵਾਂ ਦਾ, ਕਿ ਤੁਹਾਡਾ ਕੈਂਡੀਡੇਟ ਚਲ ਗਿਆ, ਕਹਿੰਦੇ ਜੀ ਸਾਨੂੰ ਪਤਾ ਲੱਗਿਆ ਦਿੱਲੀੋਂ ਫੋਨ ਆਇਆ, ਕੋਈ ਦਿੱਲੀੋਂ ਬਾਹ ਮਰੋੜੀ ਗਈ ਆ। ਉਹ ਕਹਿੰਦੇ ਜੀ ਦਿੱਲੀ ਤਾਂ ਕੀ ਮਤਲਬ, ਕਾਂਗਰਸ ਕਿ ਬੀਜੇਪੀ? ਉਹ ਕਹਿੰਦੇ ਲੋ ਛੱਡੋ ਜੀ, ਕਾਂਗਰਸ ਤੇ ਪੱਲੇ ਕੀ ਆ, ਕਾਂਗਰਸ ਤਾਂ ਹੁਣ ਗਈ ਜੀ, ਕਾਂਗਰਸ ਦਾ ਕੋਈ ਲੈਣ ਦੇਣ ਨਹੀਂ ਗਾ, ਇਹ ਤਾਂ ਦੂਜਿਆਂ ਨੇ ਬਾਹ ਮਰੋੜਨੀ ਸਿੱਖ ਲਈ ਹੈ ਜੀ। ਪਤਾ ਇੰਝ ਲੱਗਿਆ ਕਹਿੰਦੇ ਬਾਅਦ ਦੇ ਵਿੱਚ ਇਹੀ ਬੰਗੜ ਸਾਹਿਬ ਚੰਨੀ ਸਾਹਿਬ ਦੇ ਨਾਲ ਸੀਗੇ। ਮੈਨੂੰ ਤੁਸੀਂ ਦੱਸ ਰਹੇ ਹੋ ਕਹਿੰਦੇ ਉਹਨਾਂ ਨੇ ਹੁਣ ਇੱਕ ਟਿਕਟ ਛੱਡ ਕੇ ਦੂਜੀ ਲੈ ਲਈ। ਮੈਨੂੰ ਇਹ ਜ਼ਰੂਰ ਸਮਝਾਇਓ ਕਿ ਜਦੋਂ ਟਿਕਟਾਂ ਨੂੰ ਤੱਕੜੀ ਦੇ ਛਾਬੇ 'ਚ ਪਾਓਗੇ, ਅੱਜ ਕੱਲ ਤਾਂ ਸਭ ਤੋਂ ਜ਼ਿਆਦਾ ਯੋਗਤਾ ਕਿਸੇ ਟਿਕਟ ਦੇ ਉੱਤੇ ਜਿੱਤਣ ਦੀ ਹੁੰਦੀ ਹੈ ਨਾ ਸਰ। ਤੇ ਜੇਕਰ ਸਰਵੇ ਦਿਖਾ ਰਹੇ ਆਮ ਆਦਮੀ ਪਾਰਟੀ ਨੂੰ, ਇੱਕ ਕੈਂਡੀਡੇਟ ਜਿਹੜਾ ਵਾ ਉਹ ਚੰਗਾ ਭਲਾ ਸਿਆਣਾ ਪੜ੍ਹਿਆ ਲਿਖਿਆ ਲੱਗਦਾ, ਜੇ ਉਹ ਜਿੱਤਣ ਵਾਲੀ ਟਿਕਟ ਛੱਡ ਕੇ ਦੂਜੀ ਟਿਕਟ ਦੇ ਵਿੱਚ ਚਲੇ ਗਿਆ, ਮੈਂ ਇਹਨੂੰ ਕਿਵੇਂ ਲਵਾਂ? ਪੰਜਾਬ ਦੇ ਲੋਕ ਕਿਵੇਂ ਸਮਝਣ? ਵੈਸੇ ਮੈਂ ਦੋਸਤੋ ਤੁਹਾਨੂੰ ਵੀ ਕਹੂੰਗਾ ਕਿ ਤੁਸੀਂ ਵੀ ਜ਼ਰੂਰ ਰਾਏ ਦਿਓ ਕਿ ਕੀ ਅਮੂਮਨ ਇਸ ਤਰ੍ਹਾਂ ਦੇ ਡਿਸੀਜਨ ਲੈਣ ਲੱਗਿਆ ਕਿ ਵਿਨੇਬਿਲਟੀ ਪਾਰਟੀਆਂ ਦੀ ਟਿਕਟ ਦੀ ਜਿਹੜੀ ਹੁੰਦੀ, ਉਹ ਨਹੀਂ ਦੇਖਦੇ ਕੈਂਡੀਡੇਟ ਜਿਹੜੇ ਗੁੜੇ ਹੋਏ ਹੁੰਦੇ ਆ, ਉਹ ਤਾਂ ਇੱਕ ਇੱਕ ਚੀਜ਼ ਨੂੰ ਫਰੋਲ ਕੇ ਵੇਖਦੇ ਆ। ਭਾਸਕਰ ਸਾਹਿਬ ਚਲੋ ਤੁਸੀਂ ਸਮਝਾਓ, ਇੱਕ ਪਾਰਟੀ ਜੇਤੂ ਪਾਰਟੀ, ਉਹਦੀ ਟਿਕਟ ਕਿਉਂ ਛੱਡ ਗਿਆ ਬੰਦਾ? ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਪੋਲੀਟੀਕਲ ਸ਼ਾਪਿੰਗ ਸੈਂਟਰ ਜਿਹਾ ਖੁੱਲ ਗਿਆ ਹੈ ਨਾ, ਕਿਉਂਕਿ ਧਿਰਾਂ ਹੀ ਬਹੁਤ ਨੇ, ਵੈਕੈਂਸੀਆਂ ਹੀ ਬਹੁਤ ਨੇ। ਔਰ ਤੁਹਾਨੂੰ ਯਾਦ ਹੋਏਗਾ ਕੋਈ ਵੀ ਪੋਲੀਟੀਕਲ ਪਾਰਟੀ ਜਦ ਆਪਣੀ ਲਿਸਟ ਜਾਰੀ ਕਰਦੀ ਹੈ ਤੇ ਬੜਾ ਸੋਚ ਸਮਝ ਕੇ, ਕਿਉਂਕਿ ਪਹਿਲੇ ਵੀ ਇਸ ਗੱਲ ਦੀ ਖਬਰ ਸੀਗੀ ਕਿ ਬਹੁਤ ਸਾਰੇ ਕੈਂਡੀਡੇਟ ਇਦਾਂ ਦੇ ਹੋ ਸਕਦੇ ਨੇ ਜਿਹੜੀ ਪਾਰਟੀ ਦੀ ਟਿਕਟ ਦੇਣ ਤੋਂ ਬਾਅਦ ਉਹ ਟਿਕਟ ਲੈ ਕੇ ਹੀ ਭੱਜ ਜਾਏ। ਔਰ ਇਹੀ ਕੁਝ ਅੱਜ ਆਸ਼ੂ ਬੰਗੜ ਉਹਨਾਂ ਨੇ ਕੀਤਾ। ਉਹਨਾਂ ਨੂੰ ਫਿਰੋਜ਼ਪੁਰ ਰੂਰਲ ਦੀ ਟਿਕਟ ਆਮ ਆਦਮੀ ਪਾਰਟੀ ਨੇ ਦੇ ਦਿੱਤੀ ਸੀਗੀ, ਔਰ ਬੜੇ ਉਹਨਾਂ ਨੇ ਪਾਰਟੀ ਦੇ ਪਟਕੇ ਵੀ ਪਾਏ ਸੀਗੇ। ਔਰ ਪਰ ਅੱਜ ਜਦ ਉਹ ਸ਼ਾਮ ਨੂੰ ਚੰਨੀ ਸਾਹਿਬ ਦੇ ਨਾਲ ਦੇਖੇ ਗਏ, ਕਾਂਗਰਸ ਦਾ ਉਹਨਾਂ ਨੇ ਦਾਮਨ ਤੇ ਫੜ ਲਿਆ, ਪਰ ਨਾਲ ਦੇ ਨਾਲ ਕਿਹਾ ਮੇਰਾ ਆਮ ਆਦਮੀ ਪਾਰਟੀ ਦੇ ਵਿੱਚ ਬੜਾ ਦਮ ਘੁੱਟਦਾ ਸੀਗਾ, ਸਾਨੂੰ ਤੇ ਸੇਵਾਦਾਰ ਵਰਗੋਂ ਟਰੀਟ ਕਰਦੇ ਸੀਗੇ ਉਹ, ਔਰ ਜੋ ਵੀ ਫੈਸਲਾ ਹੁੰਦਾ ਸੀਗਾ ਉਹ ਦਿੱਲੀ ਤੋਂ ਹੁੰਦਾ ਸੀਗਾ। ਯਾਨੀ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਹਜੇ ਤੱਕ ਦੂਜੀ ਪੋਲੀਟੀਕਲ ਪਾਰਟੀਆਂ ਉਹਨੂੰ ਕ੍ਰਿਟੀਸਾਈਜ਼ ਕਰਦੀ ਸੀ, ਉਹੀ ਕੁਝ ਆਸ਼ੂ ਬਾਂਗੜ ਉਹਨਾਂ ਨੇ ਜਦੋਂ ਚੰਨੀ ਉਹਨਾਂ ਦੇ ਨਾਲ ਬੈਠੇ ਸੀਗੇ ਗੱਲਾਂ ਕੀਤੀ ਕਿ ਮੈਨੂੰ ਤੇ ਕਾਂਗਰਸ ਦੇ ਵਿੱਚ ਮੇਰਾ ਸੁਪਨਾ ਸੀਗਾ, ਜਾਂ ਹੋਰ ਕਈ ਇਸ ਤਰ੍ਹਾਂ ਦੀ ਗੱਲਾਂ ਕਿ ਕਾਂਗਰਸ ਤੇ ਮੈਨੂੰ ਚੰਗੀ ਬੜੀ ਲੱਗਦੀ ਸੀਗੀ। ਚਲੋ ਜੁਆਇਨ ਕਰ ਗਏ, ਔਰ ਚੰਨੀ ਉਹਨਾਂ ਨੇ ਵੀ ਨਾਲ ਦੇ ਨਾਲ ਹੀ ਉਹਨਾਂ ਨੂੰ ਫਿਰੋਜ਼ਪੁਰ ਰੂਰਲ ਸੀਟ ਤੋਂ ਕਾਂਗਰਸ ਦਾ ਆਫੀਸ਼ੀਅਲ ਕੈਂਡੀਡੇਟ ਵੀ ਡਿਕਲੇਅਰ ਕਰਤਾ, ਭਾਵੇਂ ਕੋਈ ਵੱਖਰੀ ਲਿਸਟ ਨਹੀਂ ਆਈ। ਅੱਜ ਕੱਲ ਰਿਵਾਜ ਹੀ ਐਵੇਂ ਕਿ ਤੁਸੀਂ ਸ਼ਾਮੀ ਪਾਰਟੀਆਂ ਜੁਆਇਨ ਕਰੋ ਤੇ ਅਗਲੇ ਦਿਨ ਟਿਕਟ ਮਿਲਦੀ ਹੈ। ਕਾਂਗਰਸ ਦੀ ਪਹਿਲੀ ਲਿਸਟ ਦੇ ਵਿੱਚ ਜਿਨ੍ਹਾਂ ਨੂੰ ਟਿਕਟ ਨਹੀਂ ਮਿਲੀ, ਉਹਨਾਂ ਵਿੱਚੋਂ ਅੱਧੇ ਤੋਂ ਵੱਧ ਜਿਹੜੇ ਸਮਝਦੇ ਸੀਗੇ ਕਿ ਸਾਨੂੰ ਟਿਕਟ ਮਿਲੇਗੀ, ਤੁਸੀਂ ਇਹ ਦੇਖੋ ਜ਼ਿਆਦਾਤਰ ਉਹਨਾਂ ਦੇ ਵਿੱਚੋਂ ਬੀਜੇਪੀ ਜੁਆਇਨ ਕਰ ਰਹੇ ਨੇ, ਔਰ ਕੁਝ ਅਕਾਲੀ ਦਲ ਵੀ ਜੁਆਇਨ ਕਰ ਗਏ। ਅਕਾਲੀ ਦਲ ਜਿਹੜੇ ਜੁਆਇਨ ਕਰਨ ਵਾਲੇ ਸੀਗੇ ਉਹ ਤੇ ਬੜੇ ਘੱਟ ਸੀਗੇ, ਔਰ ਫਗਵਾੜੇ ਤੋਂ ਜੋਗਿੰਦਰ ਸਿੰਘ ਮਾਨ ਜਿਨ੍ਹਾਂ ਨੇ ਹੁਣੇ ਜੁਆਇਨ ਕੀਤੀ ਹੈ ਆਮ ਆਦਮੀ ਪਾਰਟੀ, ਇੱਕ ਦਿਨ ਪਹਿਲੇ ਆਮ ਆਦਮੀ ਪਾਰਟੀ ਜੁਆਇਨ ਕੀਤੀ, ਅਗਲੇ ਦਿਨ ਉਹਨਾਂ ਨੂੰ ਟਿਕਟ ਮਿਲ ਗਈ ਜੀ। ਪਰ ਆ ਜਿਹੜਾ ਕੁਝ ਹੋ ਰਿਹਾ ਹੈ,
ਜੋ ਚੱਲ ਰਿਹਾ ਹੈ ਉਹ ਸ਼ਾਇਦ ਪੰਜਾਬ ਦੇ ਵਿੱਚ ਕਦੀ ਪਹਿਲੇ ਦੇਖਣ ਨੂੰ ਨਹੀਂ ਮਿਲਿਆ ਸੀਗਾ। ਅੱਗੇ ਚੱਲ ਕੇ ਰੰਧਾਵਾ ਜੀ ਬਹੁਤ ਸਾਰੇ ਏਦਾਂ ਦੇ ਕੈਂਡੀਡੇਟ ਲੱਗਣਗੇ ਕਿ ਸਵੇਰੇ ਉਹ ਕਿਸੇ ਪਾਰਟੀ ਦੇ ਵਿੱਚ ਸੀਗੇ ਔਰ ਸ਼ਾਮੀ ਕਿਸੇ ਪਾਰਟੀ ਦੇ ਵਿੱਚ, ਅਗਲੇ ਦਿਨ ਤੀਜੀ ਪਾਰਟੀ ਚਲੇ ਜਾਣ, ਕੋਈ ਗਾਰੰਟੀ ਨਹੀਂ ਹੈ। ਔਰ 2-3 ਕੇਸ ਤੇ ਕਾਂਗਰਸ ਦੇ ਨਾਲ ਹੋ ਵੀ ਚੁੱਕੇ ਨੇ। ਨਹੀਂ, ਮੈਂ ਜਦੋਂ ਮੈਂ ਤੁਸੀਂ ਉਹ ਜ਼ਰੂਰ ਗੱਲ ਕਰ ਲਓ ਜਿਹੜੇ ਕੇਸ ਹੋ ਚੁੱਕੇ ਆ, ਜ਼ਰੂਰ ਦੱਸਿਓ। ਹੁਣ ਦੇਖੋ ਨਾ ਬਲਵਿੰਦਰ ਧਾਲੀਵਾਲ ਉਹਨਾਂ ਨਾਲ ਕੀ ਹੋਇਆ, ਉਹ ਸੋਰੀ ਜਿਹੜੇ ਬਲਵਿੰਦਰ ਲਾਡੀ, ਹਾਂਜੀ, ਉਹਨਾਂ ਦੇ ਨਾਲ ਉਹ 6 ਦਿਨ 7 ਦਿਨ ਪਹਿਲੇ ਭਾਜਪਾ 'ਚ ਗਏ, ਫਤਿਹਜੰਗ ਸਿੰਘ ਬਾਜਵਾ ਉਹਨਾਂ ਦੇ ਨਾਲ, ਤੇ ਲਾਡੀ ਉਹਨਾਂ ਦੇ ਸਪੋਰਟਰਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਕਿੱਥੇ ਵੜ ਗਏ, ਕੋਈ ਪੁੱਛਗਿੱਛ ਨਹੀਂ ਹੈ। ਔਰ ਵਾਕਈ ਪੁੱਛਗਿੱਛ ਹੋਈ ਵੀ ਨਹੀਂ। ਔਰ ਉਸ ਤੋਂ ਬਾਅਦ 6-7 ਦਿਨ ਬਾਅਦ ਵਾਪਸ ਆਏ। ਚੰਨੀ ਉਹਨਾਂ ਨੇ ਕੋਈ ਕਾਨੀ 'ਚ ਫੂਕ ਮਾਰੀ ਵੀ ਤੇਰੀ ਟਿਕਟ ਪੱਕੀ ਹੈ, ਪਰ ਉਹਨਾਂ ਨੇ ਇਹ ਗੱਲ ਪਬਲਿਕਲੀ ਨਹੀਂ ਕਹੀ। ਉਹ ਕਹਿੰਦੇ ਜੀ ਮੈਂ ਤੇ ਪਾਰਟੀ ਦੀ ਸੇਵਾ ਕਰਾਂਗਾ ਔਰ ਪਾਰਟੀ ਦੇ ਵਿੱਚ ਹੀ ਰਹੂੰਗਾ। ਟਿਕਟ ਵੀ ਨਹੀਂ ਮਿਲੀ। ਉਹ ਜਿਹੜੇ ਝੰਡੇ ਥੱਲੇ ਹੋ ਕੇ ਆਏ ਸੀ ਉਹਨਾਂ ਨੇ ਵੀ ਪੁੱਛਣਾ ਬੰਦ ਕਰਤਾ। ਪਰ ਇਹ ਸਾਰੀ ਗੱਲਾਂ ਦੇ ਵਿੱਚ ਇੱਕ ਗੱਲ ਤੇ ਜ਼ਰੂਰ ਪਤਾ ਲੱਗਦੀ ਹੈ ਕਿ ਬਈ ਇਹ ਕੋਈ ਫਾਈਨਲ ਡੈਸਟੀਨੇਸ਼ਨ ਨਹੀਂ ਹੈ ਜਿਹੜੇ ਪਾਰਟੀਆਂ ਜੁਆਇਨ ਕਰ ਰਹੇ ਨੇ। ਨਿਮਿਸ਼ਾ ਮਹਿਤਾ ਗੜਸ਼ੱਕਰ ਤੋਂ ਟਿਕਟ ਮਿਲਦੀ ਸੀ, ਨਿਮਿਸ਼ਾ ਮਹਿਤਾ ਜੀ ਭਾਜਪਾ ਦੇ ਵਿੱਚ ਹੈਗੀ ਹੈ। ਕਰਵਨ ਸਿੰਘ ਫਿਲੌਰ ਅੱਜ ਛੱਡ ਕੇ ਗਏ ਨੇ, ਹੋ ਸਕਦਾ ਕੱਲ ਉਹ ਭਾਜਪਾ ਜੁਆਇਨ ਕਰ ਲੈਣ। ਪਰ ਮੈਂ ਰੋਕ ਲਿਆ ਤੁਹਾਨੂੰ ਅੱਜ, ਫਿਰ ਧੱਕੇ ਨਾਲ ਰੋਕ ਲਿਆ ਜੇ। ਬੇਨਤੀ ਏਦਾਂ ਜੇ ਕਿ ਜਿਹੜੇ ਤੁਸੀਂ ਬਲਵਿੰਦਰ ਲਾਡੀ ਦੀ ਗੱਲ ਕਰਦੇ ਹੋ ਨਾ ਜੀ, ਤੁਸੀਂ ਸੀਨ ਯਾਦ ਕਰੋ, ਕਿਉਂਕਿ ਤੁਸੀਂ ਉੱਥੇ ਸੀ, ਮੈਂ ਤਾਂ ਤੁਹਾਨੂੰ ਯਾਦ ਕਰਾਵਾਂ। ਜਦੋਂ ਉਹਨਾਂ ਦੁਬਾਰਾ ਜੁਆਇਨ ਕੀਤਾ ਉਸ ਦਿਨ ਮਨਪ੍ਰੀਤ ਬਾਦਲ ਤੇ ਚਰਨਜੀਤ ਸਿੰਘ ਚੰਨੀ ਸੀ, ਉਹ ਤੀਜੇ ਨਹੀਂ ਸੀ, ਜਿਨ੍ਹਾਂ ਨੇ ਫਤਿਹਜੰਗ ਸਿੰਘ ਬਾਜਵਾ ਨੂੰ ਉੱਥੋਂ ਐਲਾਨਿਆ ਵੀ ਸੀ ਉਮੀਦਵਾਰ। ਤੁਹਾਨੂੰ ਯਾਦ ਹੈ ਰੈਲੀ ਕਰਕੇ ਮੁੜ ਕੇ ਪ੍ਰਤਾਪ ਸਿੰਘ ਬਾਜਵਾ ਹੋਰੀ ਉਦੋਂ ਹੀ ਸ਼ਾਮ ਨੂੰ ਆਪਣੀ ਜੁੱਤੀ ਜਾਤੀ ਝਾੜ ਕੇ ਗੱਡੀ 'ਚ ਬਹਿ ਗਏ ਵੀ ਮੈਂ ਚੱਲਿਆ ਆਪਣੇ ਵਤਨਾਂ ਨੂੰ ਕਾਦੀਆਂ ਦੇਰ ਬਾਅਦ। ਅੱਛਾ, ਇਹ ਸਵਾਲ ਬੜਾ ਦਿਲਚਸਪ ਹੈ, ਤੁਸੀਂ ਇਹਨੂੰ ਜ਼ਰਾ ਦੁਬਾਰਾ ਦੇਖਿਓ ਕਿ ਬਲਵਿੰਦਰ ਲਾਡੀ ਔਰ ਫਤਿਹਜੰਗ ਸਿੰਘ ਬਾਜਵਾ ਇੱਕੋ ਹੀ ਸੀਗੇ, ਤੇ ਲਾਡੀ ਉਸ ਦਿਨ ਨਾਲ ਹੀ ਸੀਗੇ ਜਿਸ ਦਿਨ ਨਵਜੋਤ ਸਿੰਘ ਸਿੱਧੂ ਫਤਿਹਜੰਗ ਸਿੰਘ ਬਾਜਵਾ ਦੀ ਪਿੱਠ ਤੇ ਹੱਥ ਰੱਖ ਰਹੇ ਸੀਗੇ। ਤੇ ਸਵਾਲ ਇਹ ਹੈ ਕਿ ਜਿਸ ਦਿਨ ਫਤਿਹਜੰਗ ਸਿੰਘ ਬਾਜਵਾ ਸ਼ਾਮਲ ਹੋਏ ਉਦੋਂ ਹੀ ਲਾਡੀ ਹੋਏ। ਜਦੋਂ ਲਾਡੀ ਵਾਪਸ ਆਏ ਤੇ ਉਦੋਂ ਸਿੱਧੂ ਉਹਨਾਂ ਦਾ ਸਵਾਗਤ ਕਰਨ ਲਈ ਮਨਪ੍ਰੀਤ ਬਾਦਲ ਔਰ ਉਹਨਾਂ ਦੇ ਨਾਲ ਚੰਨੀ ਸਾਹਿਬ ਦੇ ਨਾਲ ਨਹੀਂ ਸੀ ਖੜੇ, ਫਿਰ ਟਿਕਟ ਵੀ ਨਹੀਂ ਮਿਲੀ। ਅੱਜ ਫਿਰ ਇੰਜ ਇੱਕ ਵਾਪਰਿਆ। ਅੱਜ ਸਿੱਧੂ ਅੰਮ੍ਰਿਤਸਰ 'ਚ ਸੀਗੇ, ਭਗਵੰਤਪਾਲ ਸਿੰਘ ਸੱਚਰ ਜਿਹੜੇ ਕਿ ਦਿਹਾਤੀ ਅੰਮ੍ਰਿਤਸਰ ਦੇ ਕਾਂਗਰਸ ਦੇ ਪ੍ਰਧਾਨ ਨੇ ਜ਼ਿਲ੍ਹੇ ਦੇ, ਉਹ ਕੱਲ ਕਾਂਗਰਸ ਛੱਡ ਕੇ ਬੀਜੇਪੀ 'ਚ ਸ਼ਾਮਲ ਹੋ ਗਏ ਸੀ ਔਰ ਉਹ ਮਜੀਠਾ ਹਲਕੇ ਦੀ ਟਿਕਟ ਲੱਭਦੇ ਸੀਗੇ ਜਾਂ ਉਹਨਾਂ ਨੂੰ ਆਸ ਸੀਗੀ। ਅੱਜ 3 ਮੰਤਰੀ ਸੁਖ ਸਰਕਾਰੀਆ, ਤ੍ਰਿਪਤ ਰਜਿੰਦਰ ਬਾਜਵਾ ਔਰ ਸੁਖਜਿੰਦਰ ਸਿੰਘ ਰੰਧਾਵਾ ਪੂਰੇ ਜਾਓ ਜਲਾਲ ਨਾਲ ਉਹਨਾਂ ਨੂੰ ਵਾਪਸ ਉਹਨਾਂ ਦੇ ਗਲ 'ਚ ਹਾਰ ਪਾ ਕੇ ਲਾਏ, ਲੇਕਿਨ ਸਿੱਧੂ ਫਿਰ ਨਾਲ ਨਹੀਂ। ਜੇ ਹੁਣ ਸੱਚਰ ਸਾਹਿਬ ਨੂੰ ਕੋਈ ਪ੍ਰੋਮਿਸ ਕੀਤਾ ਹੋਵੇ ਕਿ ਖੁਦਾ ਨਾ ਖਾਸਤਾ ਜੇ ਸਰਕਾਰ ਬਣ ਗਈ ਭਾਈ ਤੁਹਾਨੂੰ ਤਾਂ ਕੈਬਨਿਟ ਰੈਂਕ ਦੇ ਹੀ ਦੇਣਾ, ਟਿਕਟ ਮਿਲੇ ਨਾ ਮਿਲੇ, ਜਾਂ ਟਿਕਟ ਦਾ ਵੀ ਪ੍ਰੋਮਿਸ ਕੀਤਾ ਕਿ ਨਹੀਂ, ਪਰ ਜਿਹੜੇ ਸਿੱਧੂ ਸਾਹਿਬ ਨਾਲ ਨਹੀਂ ਗਏ, ਇਹਦਾ ਕੀ ਅਰਥ ਹੋਇਆ? ਭਗਵੰਤਪਾਲ ਸੱਚਰ ਵਾਪਸ ਆ ਕੇ ਵੀ ਆਪਣਾ ਮੁੱਲ ਬਣਾ ਪਾਉਣਗੇ ਕਿ ਨਹੀਂ? ਹਾਲਾਂਕਿ ਰੰਧਾਵਾ ਸੁਖਜਿੰਦਰ ਸਿੰਘ ਵੀ ਵੱਡੇ ਕੱਦ ਵਾਲੇ ਨੇ ਤੇ 2 ਮੰਤਰੀ ਵੀ ਨਾਲ ਬੈਠੇ ਤੇ ਅੰਮ੍ਰਿਤਸਰ ਦਾ ਅਮਲਾ ਫੈਲਾ ਵੀ ਪੂਰਾ, ਪਰ ਇਹ ਦਿਲਚਸਪੀਆਂ ਨੇ, ਦੱਸਿਓ ਜਰਾ। ਬਿਲਕੁਲ, ਤੁਸੀਂ ਜਿਹੜੀ ਦਿਲਚਸਪੀ ਦੀ ਗੱਲ ਕਰ ਰਹੇ ਹੋ, ਉਹ ਬਹੁਤ ਟਾਈਮ ਤੋਂ ਇਸ ਗੱਲ ਦੀ ਇਨਫੋਰਮੇਸ਼ਨ ਵੀ ਹੈ ਔਰ ਇੰਡੀਕੇਸ਼ਨ ਵੀ ਮਿਲ ਰਹੇ ਨੇ ਕਿ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੀ ਤੇ ਨਵਜੋਤ ਸਿੰਘ ਸਿੱਧੂ ਦੀ ਗੱਲ ਬਾਤ ਬਿਲਕੁਲ ਖਤਮ ਹੋ ਗਈ ਸੀ ਜਦ ਤੋਂ ਹੋਮ ਮਿਨਿਸਟਰ ਬਣੇ ਨੇ। ਉਹ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਨੇ ਆਪ ਮੰਨਿਆ। ਤ੍ਰਿਪਤ ਰਜਿੰਦਰ ਬਾਜਵਾ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਤੇ ਹੋਏ, ਪਰ ਅੱਜ ਤੱਕ ਨਹੀਂ ਸਮਝ ਆਇਆ ਕਿ ਵੀ ਉਹਨਾਂ ਦੀ ਕਿਸੇ ਵੀ, ਭਾਵੇਂ ਉਹ ਚੰਨੀ ਸਾਹਿਬ ਹੋਣ ਭਾਵੇਂ ਉਹ ਨਵਜੋਤ ਸਿੰਘ ਸਿੱਧੂ ਹੋਣ, ਉਹਨਾਂ ਦੇ ਫਰੇਮ ਦੇ ਵਿੱਚ ਕਿਸੇ ਜਗ੍ਹਾ ਫਿੱਟ ਹੋਏ ਨਹੀਂ ਪਾਏ ਗਏ। ਏਦਾਂ ਹੀ ਸੁਖ ਸਰਕਾਰੀਆ ਉਹਨਾਂ ਦਾ ਸੀਗਾ। ਪਰ ਇਹ ਤਿੰਨੋਂ ਜਿਹੜੇ ਮਾਝੇ ਦੇ ਮੰਤਰੀ ਸੀਗੇ ਅੱਜ ਇਕੱਠੇ ਹੋ ਕੇ ਸੱਚਰ ਉਹਨਾਂ ਨੂੰ ਵਾਪਸ ਲਿਆਉਣ ਵਾਸਤੇ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਹੋਣਗੀਆਂ, ਕੁਝ ਸਮਝਾਇਆ ਵੀ ਹੋਏਗਾ, ਕੋਈ ਹਾਈ ਕਮਾਂਡ ਦਾ ਵੀ ਮੈਸੇਜ ਹੋਏਗਾ ਔਰ ਕੁਝ ਆਪਣੇ ਨੰਬਰ ਬਣਾਉਣ ਦੀ ਵੀ ਗੱਲਾਂ ਹੋਏਗੀ। ਉਸ ਜ਼ਰੀਏ ਨਵਜੋਤ ਸਿੰਘ ਸਿੱਧੂ ਦਾ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਨਾ ਹੋਣਾ ਉਹ ਆਪਣੇ ਆਪ ਵਿੱਚ ਇੰਡੀਕੇਟ ਕਰਦਾ ਵੀ ਕਾਂਗਰਸ ਦੇ ਵਿੱਚ ਕੈਂਪ ਤੇ ਬਹੁਤ ਸਾਰੇ ਨੇ। ਮੇਰੇ ਕੋਲ ਪੱਕੀ ਇਨਫੋਰਮੇਸ਼ਨ ਹੈ ਕਿ ਆਉਣ ਵਾਲੇ ਟਾਈਮ ਵਿੱਚ ਬਹੁਤ ਸਾਰੇ ਕੈਬਨਿਟ ਦੇ ਮੰਤਰੀ, ਸੀਨੀਅਰ ਆਗੂ ਜਾਂ ਫਿਰ ਐਮਐਲਏ ਕੁਝ ਇਸ ਤਰ੍ਹਾਂ ਦੀ ਮੰਗ ਹਾਈ ਕਮਾਂਡ ਤੋਂ ਕਰ ਸਕਦੇ ਨੇ ਵੀ ਚੰਨੀ ਉਹਨਾਂ ਨੂੰ ਬਤੌਰ ਮੁੱਖ ਮੰਤਰੀ ਪ੍ਰੋਜੈਕਟ ਕੀਤਾ ਜਾਏ। ਭਾਵੇਂ ਪੋਸਟਰ ਤਿੰਨਾਂ ਦੀ ਫੋਟੋ ਤੇ ਤਿਆਰ ਹੋ ਗਏ ਨੇ, ਹਾਈ ਕਮਾਂਡ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰਿਆ ਹੈ ਕਿ ਇੱਕ ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਅਗਲੇ ਜਾਂ ਕਿਸੇ ਲੀਡਰ ਨੂੰ ਅਗਲੇ ਮੁੱਖ ਮੰਤਰੀ ਦੇ ਵਜੋਂ ਪ੍ਰੋਜੈਕਟ ਨਹੀਂ ਕੀਤਾ ਜਾਏਗਾ। ਇਹ ਕਲੈਕਟਿਵ ਲੀਡਰਸ਼ਿਪ ਹੋਏਗੀ ਔਰ 3 ਚਿਹਰੇ ਹੋਣਗੇ ਸਾਡੇ।
ਪਰ ਤੁਸੀਂ ਦੇਖੀ ਜਾਓ ਕਈ ਇਸ ਤਰ੍ਹਾਂ ਦੇ ਬਿਆਨ ਆਣਗੇ ਔਰ ਉਹ ਵੀ ਕੈਬਨਿਟ ਮੰਤਰੀਆਂ ਦੇ ਵੀ ਔਰ ਸੀਨੀਅਰ ਆਗੂਆਂ ਦੇ ਵੀ ਕਿ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਜਾਏ ਔਰ ਉਹਦੇ ਵਿੱਚ ਉਹ ਚੰਨੀ ਉਹਨਾਂ ਦੇ ਕਲੋਜ਼ ਆਉਣ ਦੀ ਵੀ ਕੋਸ਼ਿਸ਼ਾਂ ਦਾ ਇੱਕ ਰੂਪ ਹੋਏਗਾ। ਪਰ ਚਲੋ ਅੱਗੇ ਕੀ ਹੁੰਦਾ ਹੈ। ਪਰ ਸੱਚਰ ਉਹਨਾਂ ਦੀ ਪ੍ਰੈਸ ਕਾਨਫਰੰਸ, ਉਹਨਾਂ ਦੀ ਰੀਜੁਆਇਨਿੰਗ ਦੇ ਟਾਈਮ ਨਵਜੋਤ ਸਿੰਘ ਸਿੱਧੂ ਉਹਨਾਂ ਦਾ ਮਿਸ ਹੋਣਾ, ਉਹ ਜਿਹੜੀ ਇਕੁਏਸ਼ਨਾਂ ਦੀ ਗੱਲਾਂ ਕਰਦੇ ਆ ਨਾ ਆਪਾਂ ਕਿ ਵੀ ਪੀਪੀਸੀਸੀ ਪ੍ਰਧਾਨ ਦੇ ਨਾਲ ਕੋਈ ਬੰਦਾ ਨਜ਼ਰ ਨਹੀਂ ਆ ਰਿਹਾ, ਉਹ ਅੱਜ ਵੀ ਇਸ ਗੱਲ ਦਾ ਇੱਕ ਦੁਬਾਰਾ ਸਟਰੈਂਥਨ ਹੋਈ ਹੈ ਗੱਲ ਕਿ ਵੀ ਹਜੇ ਵੀ ਉਹ ਡਿਫਰੈਂਸਸ ਬਤੌਰ ਅਗਲੇ ਮੁੱਖ ਮੰਤਰੀ ਦੇ ਚਿਹਰੇ ਦੇ ਵਿੱਚ ਕਿਹਨੂੰ ਪ੍ਰੋਜੈਕਟ ਕੀਤਾ ਜਾਏ ਇਸ ਇਸ਼ੂ ਨੂੰ ਲੈ ਕੇ ਲੀਡਰਾਂ ਦੇ ਵਿੱਚ ਬਣੇ ਹੋਏ ਨੇ। ਜੇ ਹੋਵੇ ਵੀ ਉਧਰ ਹੋਮ ਟਰਫ ਪੀਪੀਸੀਸੀ ਪ੍ਰੈਜ਼ੀਡੈਂਟ ਦੀ ਅੰਮ੍ਰਿਤਸਰ ਉਹਨਾਂ ਦਾ ਆਪਣਾ ਹੁਣ ਮੈਦਾਨ ਹੈ ਨਿੱਜੀ, ਤੇ ਪਿਛਲੇ ਕਈ ਲਗਭਗ ਦਹਾਕਿਆਂ ਦਾ ਸਮਾਂ ਹੋ ਗਿਆ ਜਦੋਂ ਦੇ ਉਹ ਅੰਮ੍ਰਿਤਸਰ 'ਚ ਨੇ, ਤੇ ਇੱਥੋਂ ਹੀ ਉਹ ਨਦਾਰਦ ਰਹਿਣ ਉਸ ਪ੍ਰੈਸ ਕਾਨਫਰੰਸ ਵਿੱਚ ਇੱਥੇ ਮੌਜੂਦ ਹੁੰਦੇ ਆ। ਅੱਛਾ, ਮੈਨੂੰ ਜ਼ਰੂਰ ਇਹ ਦੱਸਿਓ, ਤੁਸੀਂ ਇੱਕ ਗੱਲ ਮੁਕੰਮਲ ਨਹੀਂ ਸੀ ਕੀਤੀ ਕਿ ਜਿਹੜੇ ਚੁਣਾਵੀ ਮੌਸਮ ਹੁੰਦੇ ਆ ਮਾਹਿਰ ਉਹਨਾਂ ਦਾ ਅੰਦਾਜ਼ਾ ਲਾ ਲਿਆ ਕਰਦੇ ਆ। ਮੈਂ ਇਹ ਜਿਹੜੇ ਬੰਗੜ ਸਾਹਿਬ ਹੈ ਇਹਨਾਂ ਦੇ ਨਜ਼ਰੀਓਂ ਪੰਜਾਬ ਦੇ ਚੋਣ ਦ੍ਰਿਸ਼ ਨੂੰ ਕਿਵੇਂ ਦੇਖਾਂ ਕਿ ਕੰਪੈਰੀਜ਼ਨ ਦੇ ਵਿੱਚ, ਕਿਉਂਕਿ ਅਮੂਮਨ ਇਹ ਅੰਕੜਾ ਦਿਖਾਇਆ ਗਿਆ ਸੀ ਸਰਵੇ ਜਿੰਨੇ ਵੀ ਹੋਏ ਕਿ ਕਲੋਜ਼ ਫਾਈਟ ਜਿਹੜੀ ਉਹ ਕਾਂਗਰਸ ਆਮ ਆਦਮੀ ਪਾਰਟੀ 'ਚ ਹੈਗੀ ਆ। ਇਸ ਅਦਲਾ ਬਦਲੀ ਨੂੰ ਮੈਂ ਕਿਸ ਨਜ਼ਰੀਏ ਤੋਂ ਅੰਕਾਂ, ਉਹ ਵੀ ਧੁਰ ਮਾਲਵੇ ਵਾਲੀ ਸਾਈਡ ਤੋਂ, ਕਿ ਕੀ ਇਸ ਵੇਲੇ ਆਮ ਆਦਮੀ ਪਾਰਟੀ ਦੇ ਮੁਕਾਬਲੇ ਕਾਂਗਰਸ ਨੂੰ ਜ਼ਿਆਦਾ ਵਜ਼ਨਦਾਰ ਮੰਨਿਆ ਜਾ ਰਿਹਾ? ਕੀ ਕਹਿੰਦੇ ਹੋ? ਨਹੀਂ, ਮੈਂ ਇਹ ਨਹੀਂ ਸਮਝਦਾ ਕਿ ਕਾਂਗਰਸ ਨੂੰ ਜ਼ਿਆਦਾ ਵਜ਼ਨਦਾਰ ਮੰਨਿਆ ਗਿਆ ਤੇ ਇਸ ਕਰਕੇ ਆਸ਼ੂ ਬੰਗੜ ਉਹਨਾਂ ਨੇ ਇਹ ਫੈਸਲਾ ਕੀਤਾ। ਆਮ ਆਦਮੀ ਪਾਰਟੀ ਦੇ ਵਿੱਚ ਸਭ ਤੋਂ ਵੱਡੀ ਮੁਸ਼ਕਿਲ ਇਹੀ ਹੈ ਕਿ ਬਹੁਤੇ ਪੰਜਾਬੀ ਆਗੂਆਂ ਨੂੰ ਕੇਜਰੀਵਾਲ ਉਹਨਾਂ ਦੇ ਉੱਤੇ ਬੜਾ ਭਰੋਸਾ ਨਹੀਂ, ਕਿਉਂਕਿ ਹਜੇ ਤੱਕ ਇਹ ਮੰਨਿਆ ਜਾ ਰਿਹਾ ਸੀਗਾ ਕਿ ਕੇਜਰੀਵਾਲ ਉਹਨਾਂ ਨੇ ਬੜੇ ਵੱਡੇ ਆਗੂ ਜੁਆਇਨ ਤੇ ਕਰਾਏ, ਬਾਅਦ ਚੋਂ ਉਹਨਾਂ ਨੂੰ ਛੱਡਣਾ ਪਿਆ। 20 ਐਮਐਲਏ ਜਿੱਤੇ ਸੀਗੇ, ਹੁਣ ਮੇਰੇ ਖਿਆਲ 9-10 ਤੇ ਛੱਡ ਚੁੱਕੇ ਨੇ ਔਰ ਅੱਗੇ ਚੱਲ ਕੇ ਹੁਣ ਟਿਕਟ ਵੀ ਲੈ ਕੇ ਲੋਕੀ ਭੱਜ ਰਹੇ ਨੇ ਤੇ ਸਭ ਕੁਝ ਠੀਕ ਨਹੀਂ। ਭਾਵੇਂ ਕੱਲ ਪ੍ਰੈਸ ਕਾਨਫਰੰਸ ਬੁਲਾ ਕੇ ਅਗਲੇ ਮੁੱਖ ਮੰਤਰੀ ਵਜੋਂ ਇੱਕ ਚਿਹਰਾ ਐਲਾਨਿਆ ਜਾਏਗਾ, ਪਰ ਫਿਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹ ਰੈਸਟਲੈਸਨੈਸ ਦੇਖੀ ਜਾ ਰਹੀ ਹੈ। ਭਾਵੇਂ ਸਰਵੇਆਂ ਦੇ ਵਿੱਚ ਆਮ ਆਦਮੀ ਪਾਰਟੀ ਨੰਬਰ 1 ਆ ਤੇ ਰਹੀ ਹੈ, ਪਰ ਜਦ ਤੁਸੀਂ ਜ਼ਮੀਨੀ ਆਧਾਰ ਦੇ ਉੱਤੇ ਕਿਸੇ ਵੀ ਸਿਚੁਏਸ਼ਨ ਨੂੰ ਜਾਂਚਣਾ ਤੇ ਐਨਾਲਾਈਜ਼ ਕਰਨਾ ਚਾਹੋਗੇ ਤੇ ਉੱਥੇ ਇਹ ਗੱਲ ਕਈ ਜਗ੍ਹਾ ਸੱਚ ਨਹੀਂ ਪਾਈ ਜਾਂਦੀ। ਪਰ ਸਰਵੇ ਤੇ ਆ ਰਹੇ ਨੇ, ਇਹ ਗੱਲ ਠੀਕ ਹੈ। ਕੁਝ ਸਰਵੇਆਂ ਦੇ ਵਿੱਚ ਇਹ ਗੱਲ ਦੱਸੀ ਗਈ ਹੈ ਕਿ ਆਮ ਆਦਮੀ ਪਾਰਟੀ ਨੰਬਰ 1 ਪਾਰਟੀ ਪੰਜਾਬ ਦੇ ਵਿੱਚ ਬਣ ਸਕਦੀ ਹੈ, ਪਰ ਉਹ ਸਾਰੇ ਸਰਵੇ ਆਮ ਆਦਮੀ ਪਾਰਟੀ ਦੀ ਸਰਕਾਰ ਕੋਈ ਵੀ ਨਹੀਂ ਬਣਾ ਰਿਹਾ, ਕਿਉਂਕਿ ਮੇਨ ਸਰਵੇ ਹੈਗਾ ਸੀ ਵੋਟਰ ਦਾ। ਪਿਛਲੀ ਵਾਰ 100 ਤੋਂ ਵੱਧ ਸੀਟਾਂ ਦੇ ਰਿਹਾ ਸੀ, ਐਤਕੀ 55-57 ਤੇ ਰੋਕ ਦਿੰਦਾ ਹੈ। ਪਰ ਜੇ 100 ਦੇ ਲੋਕਾਂ ਨੇ ਵਿਸ਼ਵਾਸ ਕੀਤਾ ਹੁੰਦਾ ਤੇ ਉਹ ਤੇ ਕਿਸੇ ਜਗ੍ਹਾ ਨਹੀਂ। ਜੇ 100 ਦਾ ਐਕਸਪੈਕਟੇਸ਼ਨ ਉਹਨਾਂ ਨੇ ਜਗਾਈ ਸੀਗੀ, ਮਿਲੀਆਂ 20, ਜੇ ਹੁਣ 57-58 ਦੀ ਐਕਸਪੈਕਟੇਸ਼ਨ ਜਤਾ ਰਹੇ ਨੇ ਤਾਂ ਤੁਸੀਂ ਦੇਖੋ ਮਾਈਨਸ ਵਿੱਚ ਵੀ ਜਾਂਦੀ ਹੈ ਫਿਗਰ। ਪਰ ਹਜੇ ਇਹ ਕਹਿਣਾ ਕਿ ਫਲਾਨੀ ਪਾਰਟੀ ਦੀ ਸਰਕਾਰ ਬਣੇਗੀ ਜਾਂ ਬਣ ਸਕਦੀ ਹੈ, ਉਹ ਬੜਾ ਔਖਾ ਹੈ। ਆਮ ਆਦਮੀ ਪਾਰਟੀ ਦੀ ਇੱਕ ਥੋੜਾ ਜਿਹਾ ਅੰਡਰ ਕਰੰਟ ਮਹਿਸੂਸ ਤੇ ਕੀਤਾ ਜਾ ਸਕਦਾ ਹੈ ਔਰ ਇਹੀ ਤੁਸੀਂ ਕਾਂਗਰਸ ਦੇ ਬਾਰੇ ਚ ਵੀ ਕਹਿ ਸਕਦੇ ਹੋ ਕਿ ਓਵਰਆਲ ਕਾਂਗਰਸ ਦੀ ਐਜ ਵੀ ਨਜ਼ਰ ਆਉਂਦੀ ਹੈ, ਕਿਉਂਕਿ ਜਦ ਅਸੀਂ ਕਈ ਮੰਤਰੀਆਂ ਦੇ ਛੱਡਣ ਦੀ ਗੱਲ ਕੀਤੀ ਸੀ, ਕਈ ਐਮਐਲਏ ਦੇ ਵਿੱਚ ਆਮ ਆਦਮੀ ਪਾਰਟੀ ਜਾਂ ਭਾਜਪਾ ਨੂੰ ਜੁਆਇਨ ਕਰਨ ਦੀ ਗੱਲ ਕੀਤੀ ਸੀ, ਉਹ ਗੱਲਾਂ ਸੱਚੀ ਨਹੀਂ ਹੋਈ। ਲੋਕ ਸਾਨੂੰ ਪੁੱਛਦੇ ਨੇ ਵੀ ਤੁਸੀਂ ਜੇ ਕਿਹਾ ਸੀ ਫਲਾਣੇ ਮੰਤਰੀ ਜਾਣਗੇ, ਉਹ ਕਿਉਂ ਨਹੀਂ ਗਏ? ਲੋਕਾਂ ਨੂੰ ਅਸੀਂ ਦੱਸਣਾ ਚਾਹਾਂਗੇ ਕਿ ਪੋਲੀਟੀਕਲ ਸਿਚੁਏਸ਼ਨ ਰਾਤੋਂ ਰਾਤ ਚੇਂਜ ਹੁੰਦੀ ਹੈ। ਸਾਡੀ ਇਨਫੋਰਮੇਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੁੰਦੀ, ਪਰ ਅਗਲੇ ਦਾ ਹੀ ਦਿਲ ਬਦਲ ਜਾਏ, ਅਗਲੇ ਦੀ ਕਈ ਮਜਬੂਰੀਆਂ ਪੈਦਾ ਹੋ ਜਾਣ ਤੇ ਇਹ ਸਾਰਾ ਗੇਮ ਮਜਬੂਰੀਆਂ ਦਾ ਹੈ। ਜਿਨ੍ਹਾਂ ਮਜਬੂਰੀਆਂ ਕਰਕੇ ਰਾਤੀ ਜਿਹੜੇ ਫੈਸਲੇ ਲਿੱਤੇ ਨੇ, ਸਵੇਰੇ ਉਹਨਾਂ ਫੈਸਲਿਆਂ ਤੋਂ ਹੀ ਆਗੂਆਂ ਦਾ ਦਿਲ ਬਦਲ ਜਾਂਦਾ ਹੈ। ਉਸ ਦਿਲ ਬਦਲਣ ਦੇ ਵਾਸਤੇ ਅਸੀਂ ਰਿਸਪੌਂਸੀਬਲ ਨਹੀਂ, ਪਰ ਹਾਂ ਸਾਡੀ ਇਨਫੋਰਮੇਸ਼ਨ ਹਮੇਸ਼ਾ ਪੱਕੀ ਰਹੀ ਹੈ। ਉਸ ਇਨਫੋਰਮੇਸ਼ਨ ਦੇ ਬੇਸ ਤੇ ਜਿਹੜੀ ਵੀ ਆਪਾਂ ਇਨਫੋਰਮੇਸ਼ਨ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕੀਤੀ ਹੈ, ਉਹਦੇ ਵਿੱਚ ਕੋਈ ਕਮੀ ਨਹੀਂ ਸੀ। ਜੀ ਬਿਲਕੁਲ ਭਾਸਕਰ ਸਾਹਿਬ, ਉਦੋਂ ਵੀ ਤੁਸੀਂ ਇਹ ਨਹੀਂ ਕਿਹਾ ਕਿ ਇਹ ਚਲੇ ਹੀ ਜਾਣਗੇ, ਜਾ ਸਕਦੇ ਸ਼ਬਦ ਤੁਸੀਂ ਵਰਤਿਆ ਸੀਗਾ। ਹਾਲਾਂਕਿ ਉਹ ਤੁਸੀਂ ਖੋਜ ਆਧਾਰਿਤ ਗੱਲ ਕੀਤੀ ਸੀ। ਸਾਨੂੰ ਕੋਈ ਆਪੱਤੀ ਵੀ ਨਹੀਂ ਹੁੰਦੀ ਕਿ ਚੀਜ਼ਾਂ ਜੇ ਉਸ ਤਰ੍ਹਾਂ ਨਹੀਂ ਵਾਪਰਦੀਆਂ, ਅਸੀਂ ਤਾਂ ਇਹਨੂੰ ਸਹਿਜ ਵਰਤਾਰਾ ਹੀ ਮੰਨਦੇ ਹਾਂ। ਦੂਜੇ ਬੰਨੇ ਅਸੀਂ ਕਿਸੇ ਵਜ਼ੀਰ ਨੂੰ ਦੁਬਾਰਾ ਉਸ ਨਜ਼ਰੀਏ ਤੋਂ ਤਾਂ ਨਹੀਂ ਦੇਖਦੇ। ਲੇਕਿਨ ਇੱਕ ਗੱਲ ਕਹਿਣੀ ਚਾਹਾਂਗਾ ਕਿ ਜੇ 5 ਤਰੀਕ ਨਾ ਹੁੰਦੀ, ਜੇ 5 ਜਨਵਰੀ ਵਾਲੇ ਦਿਨ ਜੋ ਬੀਜੇਪੀ ਦੀ ਰੈਲੀ
ਕਿਉਂਕਿ ਬੀਜੇਪੀ ਦੀ ਪ੍ਰਦੇਸ਼ ਲੀਡਰਸ਼ਿਪ ਦੀ ਫੇਲੀਅਰ ਸੀ, ਬੀਜੇਪੀ ਦਾ ਲੋਕਲ ਜਿਹੜਾ ਸੰਗਠਨ ਸੀ ਉਹ ਉਹਨੂੰ ਮੈਨੇਜ ਨਹੀਂ ਕਰ ਪਾਇਆ। ਜੇ ਪ੍ਰਧਾਨ ਮੰਤਰੀ ਔਰ ਉਹ ਰੈਲੀ, ਜੇ ਫਿਰੋਜ਼ਪੁਰ ਵਾਲੀ ਰੈਲੀ ਸਫਲ ਹੋ ਜਾਂਦੀ ਤੇ ਉਸ ਤੋਂ ਬਾਅਦ ਦੇ ਹਾਲਾਤ ਕੁਝ ਅਲੱਗ ਸੀਗੇ। ਬੀਜੇਪੀ ਬੈਕਫੁੱਟ ਤੇ ਆਈ, ਡਿਫੈਂਸਿਵ ਵੀ ਹੋਈ। ਬਹੁਤ ਸਾਰੇ ਲੋਕ ਜਿਹੜੇ ਜਾਣਾ ਚਾਹ ਰਹੇ ਸੀਗੇ ਉਹਨਾਂ ਨੇ ਲੋਕਾਂ ਦਾ ਨਜ਼ਰੀਆ ਜਾਂ ਉਸ ਦਿਨ ਦੇ ਘਟਨਾਕ੍ਰਮ ਨੂੰ ਦੇਖਣ ਤੋਂ ਬਾਅਦ ਮਨ ਵੀ ਬਦਲੇ, ਸ਼ਾਂਤੀ ਵੀ ਅੰਦਰ ਪਸਰੀ ਰਹੀ। ਕਈ ਪਹਿਲੂ ਆ ਪੋਲਿਟਿਕਸ ਦੇ ਵਿੱਚ, ਕਈ ਪਹਿਲੂ ਆ, ਲੇਕਿਨ ਤੁਸੀਂ ਠੀਕ ਕਹਿ ਰਹੇ ਹੋ ਕਿ ਜਦੋਂ ਰਾਜਨੀਤੀ ਦੇ ਵਿੱਚ ਸਰਵਿਆਂ ਦੀ ਗੱਲ ਚੱਲਦੀ ਆ ਜਾਂ ਕਿਸੇ ਵੀ ਤਰੀਕੇ ਦਾ ਲੋਕ ਰਾਏ ਇਵੇਂ ਆਉਂਦੀ ਆ ਸਾਹਮਣੇ, ਤੇ ਉਹਨੂੰ ਮੈਨੇਜ ਹੋਇਆ ਮੰਨ ਲੈਣਾ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ। ਲੇਕਿਨ ਇਸ ਵੇਲੇ ਸਥਿਤੀ ਜਿਹੜੀ ਆ ਉਹ ਆਮ ਆਦਮੀ ਪਾਰਟੀ ਲਈ ਉਨੀ ਸੁਖਾਵੀਂ ਨਹੀਂ, ਕਿਉਂਕਿ 30 ਟਿਕਟਾਂ ਅਨਾਉਂਸ ਕਰਤੀਆਂ ਸੰਯੁਕਤ ਸਮਾਜ ਮੋਰਚੇ ਨੇ, ਔਰ ਜਿਹੜੀ ਬਦਲਾਅ ਦੀ ਵੋਟ ਸੀਗੀ ਉਹ ਬਦਲਾਅ ਦੀ ਵੋਟ ਫਿਰ ਵੰਡੇ ਜਾਣ ਵਾਲੀ ਗੱਲ ਵੱਲ ਵਧੀ ਹੈ। ਔਰ ਇਹੀ ਇੱਕ ਲੜਾਈ ਹੈ ਜਿਹੜੀ ਲੜਾਈ ਨੇ ਅੱਗੇ ਜਾ ਕੇ ਪੰਜਾਬ ਦੀ ਪੋਲਿਟਿਕਸ ਨੂੰ ਨਿਰਧਾਰਿਤ ਕਰਨਾ ਕਿ ਜਿਹੜੀ ਇਲੈਕਸ਼ਨ ਬਦਲਾਅ ਲਈ ਹੋ ਰਹੀ ਆ, ਜਿਹੜੀ ਵੋਟ ਲੋਕ ਇੱਕ ਤਰ੍ਹਾਂ ਨਾਲ ਸਰਵਿਆਂ 'ਚ ਕਹਿ ਰਹੇ ਸੀਗੇ ਕਿ ਹਾਂ ਬਦਲਾਅ ਚਾਹੀਦਾ ਹੈ, ਰਵਾਇਤੀ ਪਾਰਟੀਆਂ ਤੋਂ ਉਲਟ ਕੋਈ ਨਵਾਂ ਚਾਹੁੰਦੇ ਆ ਬਦਲ, ਤੇ ਉਹਦੇ ਵਿੱਚ ਇਸ ਵੇਲੇ ਫਿਰ ਤੋਂ ਉਸ ਬਦਲਾਅ ਦੇ ਵਿੱਚ 3 ਧਿਰਾਂ ਖੜੀਆਂ, 2 ਧਿਰਾਂ ਖੜੀਆਂ, 4 ਧਿਰਾਂ, ਕਿਉਂਕਿ ਕਈ ਤਰ੍ਹਾਂ ਦੇ ਨਵੇਂ ਲੋਕ ਵੀ ਆ ਰਹੇ ਆ। ਕਈ ਕੈਂਡੀਡੇਟ ਐਸੇ ਵੀ ਆ ਜਿਹੜੇ ਕਿਸੇ ਪਾਰਟੀ ਨਾਲ ਨਹੀਂ ਜਾਣਾ ਚਾਹੁੰਦੇ, ਤੁਹਾਨੂੰ ਖੜੇ ਦਿਸਣਗੇ। ਸੋ ਮੈਂ ਤੁਹਾਡੇ ਤੋਂ ਇਹ ਆਖਰੀ ਸਵਾਲ ਜਿਹੜਾ ਮੇਰਾ ਇਹ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਸੰਯੁਕਤ ਸਮਾਜ ਮੋਰਚੇ ਨੇ 30 ਆਪਣੀਆਂ ਟਿਕਟਾਂ ਅਨਾਉਂਸ ਕਰਤੀਆਂ, ਕੁਝ ਨਵੇਂ ਸਮੀਕਰਨ ਵੀ ਬਣੇ ਆ, ਉਸ ਸਥਿਤੀ ਦੇ ਵਿੱਚ ਪੰਜਾਬ ਦਾ ਚੋਣ ਦ੍ਰਿਸ਼ ਫਿਰ ਹੋਰ ਖੁੱਲ ਗਿਆ। ਇੱਕ ਤਾਂ 6 ਦਿਨ ਮਿਲ ਗਏ ਨਵੇਂ, ਤੇ ਨਾਲ ਦੀ ਨਾਲ ਹੀ ਇਹਨਾਂ ਦਿਨਾਂ ਦੇ ਵਿੱਚ ਕੁਝ ਨਵੀਆਂ ਚੀਜ਼ਾਂ ਵੀ ਵਾਪਰਨਗੀਆਂ। ਸੰਯੁਕਤ ਸਮਾਜ ਮੋਰਚੇ ਦਾ ਨਿੱਠ ਕੇ ਮੈਦਾਨ 'ਚ ਆ ਜਾਣ ਨੂੰ ਕਿਵੇਂ ਲੈਂਦੇ ਹੋ? ਹਾਲਾਂਕਿ ਕੱਲ ਸ਼ਾਮ ਤੱਕ ਇੱਕ ਦੁਬਦਾ ਵੀ ਪਸਰੀ ਰਹੀ ਜਿਹਦੀ ਸਾਡੇ ਕੋਲ ਸੋਚਣਾ ਸੀ, ਕੀ ਕਹਿੰਦੇ ਹੋ? ਜਦ ਤੋਂ ਸੰਯੁਕਤ ਸਮਾਜ ਮੋਰਚਾ ਚੋਣਾਂ ਦੇ ਮੈਦਾਨ ਦੇ ਵਿੱਚ ਆਇਆ ਤਦ ਤੋਂ ਕਈ ਤਰੀਕੇ ਦੀ ਅਫਵਾਹਾਂ ਵੀ ਕਹੋ, ਖਬਰਾਂ ਵੀ ਕਹੋ, ਉਹ ਬੜੀ ਫੈਲੀਆਂ ਹੋਈਆਂ। ਕਦੀ ਗੱਲ ਨਿਕਲ ਕੇ ਆਉਂਦੀ ਹੈ ਵੀ ਰਫੜ ਪੈ ਗਿਆ, ਕਦੀ ਲੱਗਦਾ ਹੈ ਚਰੂਨੀ ਉਹਨਾਂ ਦਾ ਸੰਯੁਕਤ ਸਮਾਜ ਮੋਰਚੇ ਦੇ ਨਾਲ ਸਮਝੌਤਾ ਹੋ ਗਿਆ, ਕਦੀ ਲੱਗਦਾ ਨਹੀਂ ਹੋਇਆ। ਅੱਜ ਫਾਈਨਲ ਲਿਸਟ ਆਉਣ ਤੋਂ ਬਾਅਦ, ਯਾਨੀ 30 ਕੈਂਡੀਡੇਟਸ ਦੀ ਲਿਸਟ ਆਉਣ ਤੋਂ ਬਾਅਦ ਇਸ ਗੱਲ ਤੇ ਮੋਹਰ ਲੱਗ ਗਈ ਵੀ ਚੜੂਨੀ ਉਹਨਾਂ ਵੀ ਹੁਣ ਉਹ ਜਿਹੜਾ ਸੰਯੁਕਤ ਸਮਾਜ ਮੋਰਚੇ ਦੇ ਨਾਲ ਜੁੜ ਕੇ ਰਹਿਣਗੇ। 30 ਕੈਂਡੀਡੇਟ ਅਨਾਉਂਸ ਕਰਤੇ, 10 ਪਹਿਲੇ ਕੀਤੇ ਹੋਏ ਹੈ, ਟੋਟਲ 40 ਹੋ ਗਏ। 30-35 ਦੀ ਕੈਂਡੀਡੇਟ ਦੀ ਲਿਸਟ ਕੱਲ ਪਰਸੋਂ ਹੋਰ ਆਉਣ ਵਾਲੀ ਹੈ। ਉਸ ਤੋਂ ਬਾਅਦ ਇਹ ਗੱਲ ਤੇ ਤੈਅ ਹੋ ਗਈ ਵੀ ਆ ਗਏ ਜੀ, ਪਰ ਆ ਕੇ ਛਾ ਗਏ ਹਜੇ ਇਹ ਗੱਲ ਹੋਣੀ ਬਾਕੀ ਹੈ ਕਿ ਉਹ ਚੋਣਾਂ ਦੇ ਮੈਦਾਨ ਦੇ ਵਿੱਚ ਵਾਕਈ ਉਸ ਤਰੀਕੇ ਨਾਲ ਛਾਂਦੇ ਨੇ ਜਿਸ ਤਰੀਕੇ ਨਾਲ ਉਹ ਦਿੱਲੀ ਦੇ ਬਾਰਡਰਾਂ ਦੇ ਉੱਤੇ 1 ਸਾਲ ਤੋਂ ਵੱਧ ਬਹਿ ਕੇ ਛਾ ਗਏ ਸੀ। ਕਿਉਂਕਿ ਨੁਕਸਾਨ ਕਿਹਨੂੰ ਹੋਣਾ ਹੈ? ਜਿਸ ਤਰੀਕੇ ਨਾਲ ਐਲੀਗੇਸ਼ਨਸ ਆਮ ਆਦਮੀ ਪਾਰਟੀ ਨੇ ਸੰਯੁਕਤ ਸਮਾਜ ਮੋਰਚਾ ਦੇ ਲੀਡਰਾਂ ਦੇ ਉੱਤੇ ਲਾਏ ਨੇ, ਉਹ ਕਿਸੇ ਨਾ ਕਿਸੇ ਜਗ੍ਹਾ ਲੱਗਦਾ ਹੈ ਕਿ ਵੀ ਆਪ ਜਾਂ ਆਮ ਆਦਮੀ ਪਾਰਟੀ ਜਿਹਨੂੰ ਕਹਿੰਦੇ ਆਪਾਂ, ਉਹਨੂੰ ਪਰੇਸ਼ਾਨੀ ਤੇ ਹੈਗੀ ਹੈ ਕਿ ਵੋਟ ਸਾਡੇ ਖਾਣਗੇ। ਜੇ ਵਾਕਈ ਬਹੁਤ ਵੱਡਾ ਹੁੰਗਾਰਾ ਸੰਯੁਕਤ ਸਮਾਜ ਮੋਰਚੇ ਨੂੰ ਮਿਲਦਾ ਹੈ ਤੇ ਇਹ ਸਾਰੀ ਪੋਲੀਟੀਕਲ ਪਾਰਟੀਆਂ ਵਾਸਤੇ ਸਿਰਦਰਦ ਹੈ। ਭਾਵੇਂ ਸਾਰੀ ਪੋਲੀਟੀਕਲ ਪਾਰਟੀਆਂ ਇਹ ਸਮਝਦੀ ਵੀ ਮੈਨੂੰ ਨਹੀਂ ਆ ਤੇ ਦੂਜੇ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਦੂਜਾ ਸੋਚਦਾ ਵੀ ਮੈਨੂੰ ਘੱਟ ਤੇ ਤੀਜੇ ਨੂੰ ਜ਼ਿਆਦਾ ਬਚਾ ਰਿਹਾ ਹੈ। ਇਸ ਚੱਕਰ ਦੇ ਵਿੱਚ ਕਿਤੇ ਇਹ ਨਾ ਹੋਏ ਕਿ ਵੀ ਸਾਰੇ ਦੇਖਦੇ ਰਹਿ ਜਾਣ ਔਰ ਬੱਲੇ ਬੱਲੇ ਘਰ ਆ ਜਾਏ ਸੰਯੁਕਤ ਸਮਾਜ ਮੋਰਚਾ। ਇਸ ਗੱਲ ਦੇ ਉੱਤੇ ਵੀ ਸਾਰੀ ਪੋਲੀਟੀਕਲ ਪਾਰਟੀਆਂ ਦੀ ਨਜ਼ਰ ਹੈ। ਬਿਲਕੁਲ, ਜਿਹੜੀ ਅਸੀਂ 30 ਉਮੀਦਵਾਰਾਂ ਦੀ ਲਿਸਟ ਕਹਿ ਰਹੇ ਹਾਂ, ਇਹ ਸ਼ਾਇਦ ਜਿਹੜੀ ਸੂਚੀ ਸਾਹਮਣੇ ਦਿਸ ਰਹੀ ਆ ਉਹ ਹੈਗੀ ਆ 20 ਉਮੀਦਵਾਰਾਂ ਦੀ ਲਿਸਟ। ਕਿਹਾ ਤਾਂ 30 ਜਾ ਰਿਹਾ ਸੀ, ਲੇਕਿਨ ਲਿਸਟ ਜਿਹੜੀ ਮੈਂ ਇੱਕ ਤੋਂ ਵੱਧ ਥਾਂ ਤੇ ਚੈੱਕ ਨਾਲ ਹੀ ਕਰ ਰਿਹਾ। ਇਹ 20 ਉਮੀਦਵਾਰਾਂ ਦੀ ਲਿਸਟ ਹੈ ਜਿਹਦਾ ਵੇਰਵਾ ਲਗਭਗ ਸਾਰੀਆਂ ਵੈਬਸਾਈਟਸ ਤੇ ਪਿਆ, ਹਰ ਜਗ੍ਹਾ ਪਿਆ। ਸਾਡੇ ਕੋਲ ਸਮੇਂ ਦੀ ਸੀਮਾ, ਭਾਸਕਰ ਸਾਹਿਬ ਨੇ ਕਿਧਰੇ ਸ਼ਾਮ ਦੀ ਕਿਸੇ ਪਾਰਟੀ 'ਚ ਜਾਣਾ ਹੈ, ਆਪਾਂ ਇਹਨਾਂ ਨੂੰ ਰੋਕੀਏ ਨਾ, ਠੰਡ ਠੁੰਡ ਬੜੀ ਆ, ਗੇੜੀ ਗੂੜੀ ਲਾ ਕੇ ਆਉਣ, ਨਾਲੇ ਮਾਹੌਲ ਦੇਖ ਕੇ ਆਉਣ ਇਲੈਕਸ਼ਨ ਕਿਹੋ ਜਿਹੀ ਆ। ਤੁਸੀਂ ਭਾਸਕਰ ਸਾਹਿਬ ਜਰਾ ਧਿਆਨ ਨਾਲ ਹੀ ਜਾਇਓ, ਠੰਡ ਬੜੀ ਆ, ਕਰੋਨਾ ਬਹੁਤ ਰਾਵਾਂ ਰਸਤਿਆਂ 'ਚ ਮਿਲਦਾ ਜੇ। ਅੱਗੇ ਕਹਿੰਦੇ ਜੀ ਪੰਜਾਬ ਸਰਕਾਰ ਬਹੁਤੀ, ਇਕੱਲੇ ਅਸੀਂ ਨਹੀਂ ਫਸੇ, ਬਹੁਤੀ ਪੰਜਾਬ ਸਰਕਾਰ ਵੀ ਫਸੀ ਰਹੀ। ਹੁਣ ਮੈਂ ਇਹਦੀ ਪੁਸ਼ਟੀ ਤਾਂ ਨਹੀਂ ਕਰਦਾ, ਪਤਾ ਲੱਗਿਆ ਸਾਡੇ ਡੀਜੀਪੀ ਸਾਹਿਬ ਵੀ, ਚੀਫ ਸੈਕਟਰੀ ਸਾਹਿਬ ਵੀ, ਪੁਰਾਣੇ ਡੀਜੀਪੀ ਵੀ, ਪੁਰਾਣੇ ਪ੍ਰਿੰਸੀਪਲ ਸੈਕਟਰੀ ਮੁੱਖ ਮੰਤਰੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਜੀ, ਉਹਨਾਂ ਦਾ ਪਰਿਵਾਰ, ਸਾਰੇ ਲਗਭਗ, ਇੱਕ ਨਹੀਂ ਦਰਜਨਾਂ ਲੋਕ, ਸੈਂਕੜੇ ਲੋਕ ਚਪੇਟ 'ਚ ਨੇ ਵੱਡੇ ਵੱਡੇ। ਆਪਾਂ ਤੇ ਹਿਮਾਤੜ ਆ, ਸਾਨੂੰ ਤੇ ਕਿਤੇ ਵੀ ਘੇਰ ਲੂ, ਤੁਸੀਂ ਬਚ ਕੇ ਜਾਇਓ ਜੀ, ਬਹੁਤ ਮਿਹਰਬਾਨੀ। ਧੰਨਵਾਦ ਜੀ।